ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਜੋ ਵਿੱਤੀ ਮਦਦ ਦਿੱਤੀ ਜਾਣੀ ਸੀ ਉਸ ਦੇ ਬਾਰੇ ਅੱਜ ਐਲਾਨ ਕਰ ਦਿੱਤਾ ਗਿਆ ਹੈ। ਅਰਜ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਸਵੇਰ ਤੋਂ ਹੀ ਜੋ ਇਹ ਅਰਜ਼ੀਆਂ ਲਈਆਂ ਜਾ ਰਹੀਆਂ ਨੇ ਉਸ ਦੇ ਵਿੱਚ ਹੁਣ ਤੱਕ 20,000 ਤੋਂ ਜ਼ਿਆਦਾ ਵਿਅਕਤੀਆਂ ਦੇ ਵੱਲੋਂ ਇਸ ਦੇ ਲਈ ਅਪਲਾਈ ਕੀਤਾ ਵੀ ਜਾ ਚੁੱਕਿਆ ਹੈ। ਇਸ ਸੰਬੰਧੀ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਜਦੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਇੱਥੇ ਤੁਹਾਨੂੰ ਦੱਸ ਦਈਏ ਕਿ ਇੱਕ ਵੈਬਸਾਈਟ ਦਾ ਨਾਮ ਸਾਂਝਾ ਕੀਤਾ ਗਿਆ ਹੈ www.gov.bc.ca/worker benefit। ਵਰਕਰਸ ਨਹੀਂ ਆਉਣਾ, ਵਰਕਰ ਬੈਨੀਫਿਟ। ਜਦੋਂ ਤੁਸੀਂ ਇਸ ਦੇ ਉੱਤੇ ਜਾਓਗੇ ਤਾਂ ਉੱਥੇ ਤੁਹਾਨੂੰ ਸਿੱਧਾ ਦਿਖ ਜਾਣਾ ਕਿ ਅੱਗੇ ਬਾਕਸ ਦਿੱਤਾ ਹੋਇਆ ਕਿ ਤੁਸੀਂ ਪਹਿਲਾਂ ਕਿਵੇਂ ਅਪਲਾਈ ਕਰਨਾ ਹੈ, ਕਿਵੇਂ ਐਲੀਜੀਬਿਲਿਟੀ ਹੈ। ਫਿਰ ਉਸ ਤੋਂ ਬਾਅਦ ਇੱਕ ਨੀਲੇ ਰੰਗ ਦਾ ਬਾਕਸ ਉਹਦੇ ਵਿੱਚ ਲਿਖਿਆ ਹੋਇਆ ਕਿ ਅਪਲਾਈ ਕਰੋ ਅਤੇ ਉੱਥੇ ਤੁਸੀਂ ਕਲਿੱਕ ਕਰੋਗੇ ਤਾਂ ਤੁਸੀਂ ਅੱਗੇ ਫਾਰਮ ਭਰ ਸਕਦੇ ਹੋ। ਇੱਥੇ ਤੁਹਾਨੂੰ ਜਾਣਕਾਰੀ ਦੱਸ ਦਈਏ ਕਿ ਇਹ ਬੈਨੀਫਿਟ ਸਿਰਫ ਉਹਨਾਂ ਨੂੰ ਮਿਲਣਾ ਹੈ ਜਿਨ੍ਹਾਂ ਨੂੰ CERB ਵੀ ਮਿਲ ਰਹੀ ਹੈ, ਜਿਨ੍ਹਾਂ ਨੂੰ ਫੈਡਰਲ ਸਰਕਾਰ ਦੇ ਵੱਲੋਂ ਜਿਹੜੀ ਐਮਰਜੈਂਸੀ ਬੈਨੀਫਿਟ ਦੀ ਮਦਦ ਦਿੱਤੀ ਜਾ ਰਹੀ ਸੀ ਉਹ ਜਿਨ੍ਹਾਂ ਨੂੰ ਮਿਲ ਰਹੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਉਹਨਾਂ ਨੂੰ ਹੀ ਇਹ $1,000 ਦੀ ਮਦਦ ਮਿਲਣੀ ਹੈ। ਜਦੋਂ ਉੱਥੇ ਅਪਲਾਈ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ $1,000 ਤੁਹਾਡੇ ਅਕਾਊਂਟ ਦੇ ਵਿੱਚ ਜਾਂ ਹੋਰ ਜਿਹੜੇ ਵੀ ਜ਼ਰੀਏ ਰਾਹੀਂ ਤੁਸੀਂ ਅਪਲਾਈ ਕਰੋਗੇ ਉੱਥੇ ਪਹੁੰਚ ਜਾਵੇਗਾ। ਜਿਨ੍ਹਾਂ ਕੋਲ ਇੰਟਰਨੈਟ ਨਾ ਚੱਲ ਰਿਹਾ ਹੋਵੇ ਉਹ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8:30 ਵਜੇ ਤੋਂ ਸ਼ਾਮੀ 4:30 ਵਜੇ ਤੱਕ 1855955345 ਦੇ ਉੱਤੇ ਫੋਨ ਕਰਕੇ ਵੀ ਅਪਲਾਈ ਕਰ ਸਕਦੇ ਨੇ ਜੇਕਰ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨੇ। ਪਰ ਜੇਕਰ ਉਹ ਬ੍ਰਿਟਿਸ਼ ਕੋਲੰਬੀਆ ਤੋਂ ਬਾਹਰ ਨੇ, ਕਿਉਂਕਿ ਬਹੁਤ ਸਾਰੇ ਅਜਿਹੇ ਵੀ ਨੇ ਜੋ ਕਿ ਕੈਨੇਡਾ ਤੋਂ ਬੈਨੀਫਿਟ ਜਿਹੜਾ ਸਰਕਾਰ ਤੋਂ ਉਹ ਲੈ ਰਹੇ ਨੇ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਨੇ। ਜਿਵੇਂ ਜੇਕਰ ਤੁਸੀਂ ਇੰਡੀਆ ਵਿੱਚ ਬੈਠੇ ਹੋ, ਬੈਨੀਫਿਟ ਲੈ ਰਹੇ ਹੋ ਤਾਂ ਤੁਸੀਂ ਬ੍ਰਿਟਿਸ਼ ਕੋਲੰਬੀਆ ਸਰਕਾਰ ਤੋਂ ਵੀ ਜਿਹੜੀ ਮਦਦ ਲੈਣੀ ਹੈ ਉਸ ਦੇ ਵਾਸਤੇ 1778309463 ਇਹਦੇ ਉੱਤੇ ਫ਼ੋਨ ਕਰ ਸਕਦੇ ਹੋ ਜਾਂ ਫਿਰ ਔਨਲਾਈਨ ਅਪਲਾਈ ਕਰ ਸਕਦੇ ਹੋ। ਅਤੇ ਅਹਿਮ ਗੱਲ ਇਹ ਹੈ ਕਿ ਇਹ ਫ਼ੋਨ ਹੈ ਜੋ ਉਹ 1 ਮਈ ਤੋਂ ਬਾਅਦ 4 ਮਈ ਤੱਕ ਨਹੀਂ ਕੀਤਾ ਜਾ ਸਕਦਾ, ਉਸ ਤੋਂ ਬਾਅਦ ਕਰ ਸਕਦੇ ਹੋ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਤੁਹਾਨੂੰ ਨੰਬਰ ਦਿੱਤੇ ਗਏ ਨੇ ਉਹਨਾਂ ਦੇ ਰਾਹੀਂ ਤੁਸੀਂ ਜਾਣਕਾਰੀ ਲੈਣ ਵਾਸਤੇ 1 ਮਈ ਤੋਂ ਫ਼ੋਨ ਤਾਂ ਜ਼ਰੂਰ ਕਰ ਸਕਦੇ ਹੋ, ਪਰ ਜੇਕਰ ਤੁਸੀਂ ਅਪਲਾਈ ਕਰਨਾ ਹੈ ਫ਼ੋਨ ਰਾਹੀਂ ਤਾਂ ਉਹ 4 ਮਈ ਤੋਂ ਬਾਅਦ ਹੀ ਹੋਵੇਗਾ। 4 ਮਈ ਤੱਕ ਫ਼ੋਨ ਉੱਤੇ ਅਪਲਾਈ ਨਹੀਂ ਹੋਵੇਗਾ। ਅਤੇ ਇਸ ਸੰਬੰਧੀ ਅੱਜ ਐਲਾਨ ਕੀਤਾ ਗਿਆ ਅਤੇ ਤੁਸੀਂ ਅੱਗੇ ਤੋਂ ਅੱਗੇ ਵੀ ਇਸ ਦੀ ਜਾਣਕਾਰੀ ਹੈ ਜੋ ਦੇ ਸਕਦੇ ਹੋ ਅਤੇ ਜਿਨ੍ਹਾਂ ਨੂੰ ਵੀ ਲੋੜ ਹੋਵੇ ਉਹ ਅਪਲਾਈ ਕਰ ਸਕਦੇ ਨੇ ਅਤੇ ਇਸ ਸੰਬੰਧੀ ਹੁਣ ਮਦਦ ਸ਼ੁਰੂ ਹੋ ਗਈ ਹੈ। Good morning, everyone. Happy Friday and happy May 1st for those who forget what date it is in this very odd time we're all in. I want to begin by recognizing that we're on the traditional territory of the Esquimalt and Songhees people and thank them for the ability to meet on their land. I think most of us are starting our press conferences these days with thank yous. For good reason, there are a lot of people to be thankful for. Certainly Dr. Bonnie Henry, Minister Adrian Dix, everyone at the Ministry of Health, everyone across government who's working hard to put programs together to be able to support people. Everybody from the front lines, healthcare workers, care aides, grocery store clerks, transit workers, first responders, not-for-profits, charities, and businesses. And I want to add today to that long list of thank yous to thank the media. This is a very uncertain time, and it's even more important than ever that people get reliable information, that they get access to where programs are there, where supports are there, that they know about the measures that are needed to take care of ourselves and our loved ones. We all know that many British Columbians have lost their jobs or have had their ability to be able to work severely affected by COVID-19. It's made it harder and harder for people to be able to make ends meet, to be able to pay their bills. Businesses large and small are also struggling to stay afloat, wondering what the future is going to bring for their business or their industry. That's why our government introduced the BC COVID-19 Action Plan with a range of measures to provide support to individuals, workers, businesses, and critical services across our province. And today, one of those measures kicks off. For people who've been let go of their jobs or who are trying to get by working on reduced hours, we know the pandemic is weighing heavily on you and your family. Starting today, people can go online to apply for the BC Emergency Benefit for Workers. This is a one-time tax-free $1,000 payment that will provide significant help to people whose jobs and incomes have been impacted by COVID-19. To qualify for the benefit, you must be approved to receive the Canada Emergency Response Benefit.
If you've applied for EI, employment insurance, because of COVID-19 after March 15th, the federal government is going to automatically assess your application through the Canada Emergency Response Benefit, or CERB as you've heard it called. For the emergency benefit, the BC Emergency Benefit, you can apply right now. The process is simple and very straightforward, and people can apply online at www.gov.bc.ca/worker benefit. For anyone who doesn't have internet access or who needs help with their application, they can start calling on Monday and we'll provide that support to them. Just so you know the interest in this benefit, as of 9 o'clock this morning, we had approximately 16,389 applications already received in the first 45 minutes. Now, this is just one measure available to British Columbians. Other supports we're providing include the rent subsidy through BC Housing for up to $500 a month for renters, and that's paid directly to landlords. There's an automatic boost of $300 a month for the next 3 months for people on income assistance or disabilities who are ineligible for the CERB. And in July, about 86% of British Columbians are going to see an increase to their climate action tax credit of up to $174 for each adult and $51 for each child. We've also taken steps to support BC businesses in this difficult time. Tax payments for everything from the employer's health tax, provincial sales tax, tobacco tax, hotel tax, motor fuel tax, and carbon tax have been deferred until the end of September. Enhanced relief for commercial property owners will see the average commercial property tax bill lowered significantly. And thousands of small businesses will see their monthly rent reduced by at least 75% through the new federal provincial Canada Emergency Commercial Rent Assistance Program. Now, the next phase is about to begin for BC's economic recovery, but we need to make sure that this return is done carefully to protect ourselves, our most vulnerable, and people working hard on our behalf on the front line. As you know, we've been working hard across sectors to help get people back to work safely. We're as eager to rebuild as you are. And Premier John Horgan, Minister Dix, and Dr. Bonnie Henry will be providing more details on this in the next week. In conclusion, I want to express my huge gratitude for the people of our province who've been listening to Dr. Henry's advice and staying inside to stay healthy. We know it's not easy, but we also know we all need to do this together. And we are seeing light at the end of the tunnel because of our commitment to protecting each other. Thanks, and I look forward to your questions.